ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮੇਂ ਵਿੱਚ ਆਪਾਂ 17 ਨੰਬਰ ਪੌੜੀ ਵਿੱਚੋਂ ਕੁਝ ਸਵਾਲ ਔਰ ਉਹਦੇ ਜਵਾਬ ਲੱਭਣੇ ਹਨ। ਆਮ ਹੀ ਇਹ ਧਰਮ ਦੇ ਪਾਂਧੀਆਂ ਦੇ ਜੀਵਨ ਵਿੱਚ ਵਰਤਦਾ ਹੈ ਕਿ ਜਦੋਂ ਧਰਮ ਦੇ ਮਾਰਗ 'ਤੇ ਤੁਰਦੇ ਹਨ ਤੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਅਹੰਕਾਰ ਦੀ ਜਿਹੜੀ ਹੈ ਸਮੈਲ ਆਉਣ ਲੱਗ ਪੈਂਦੀ ਹੈ। ਤਾਂ ਇੱਥੇ ਸਵਾਲ ਵੀ ਪੁੱਛਿਆ ਗਿਆ ਹੈ ਕਿ ਜਿਹੜੀ ਭਜਨ ਬੰਦਗੀ ਹੈ, ਸਿਮਰਨ ਕਰਨਾ ਹੈ, ਸਿੱਖੀ ਕਮਾਉਣੀ ਹੈ, ਇਹ ਇਕੱਲੇ ਕਮਾਉਣ ਵਿੱਚ, ਇਕੱਲੇ ਬਹਿ ਕੇ ਕਮਾਈਏ ਜਾਂ ਸੰਗਤ ਵਿੱਚ ਕਰਨਾ ਚਾਹੀਦਾ ਹੈ। ਔਰ ਇਹ ਵੀ ਪੁੱਛਿਆ ਗਿਆ ਵੀ ਧਰਮ ਦੇ ਹੰਕਾਰ ਤੋਂ ਕਿਵੇਂ ਬਚੀਏ। ਤਾਂ ਉਹਦੇ ਵਾਸਤੇ ਮਹਾਰਾਜ ਨੇ ਇਹ ਪੂਰੀ 17 ਨੰਬਰ ਪੌੜੀ ਜਪਜੀ ਸਾਹਿਬ ਦੀ ਉਚਾਰੀ ਹੈ। ਵੈਸੇ ਬੰਦਗੀ ਦਾ ਸੰਬੰਧ ਇਕਾਂਤ ਨਾਲ ਹੀ ਹੈ। ਬੰਦਗੀ ਦਾ ਅਰਥ ਹੀ ਇਹ ਹੈ ਕਿ ਮਨੁੱਖ ਇਕੱਲਾ ਜੀ ਸਕੇ, ਉਹਨੂੰ ਕਿਸੇ ਹੋਰ ਚੀਜ਼ ਦੀ ਲੋੜ ਨਾ ਪਏ। ਅਸਲੀ ਜੀਵਨ ਉਹ ਦਿਨ ਸ਼ੁਰੂ ਹੁੰਦਾ ਹੈ। ਬੰਦਗੀ ਦਾ ਜਿਹੜਾ ਸਿਖਰ ਹੈ ਯਾਨੀ ਕਿ ਸਿੱਟਾ ਹੈ ਜੋ ਉਹ ਸਿਰੇ 'ਤੇ ਚੜ੍ਹਦਾ ਹੈ, ਉੱਥੇ ਬੰਦੇ ਨੂੰ ਇਕਾਂਤ ਦੀ ਲੋੜ ਪੈਂਦੀ ਜਦੋਂ ਆਪਣੇ ਆਪੇ ਨੂੰ ਆਪਣੇ ਵਿੱਚੋਂ ਜਨਮ ਦਿੰਦਾ ਹੈ। ਜਿਵੇਂ ਆਮ ਤੌਰ 'ਤੇ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਤੇ ਉਹਨੂੰ ਇਕਾਂਤ ਦੀ ਲੋੜ ਪੈਂਦੀ। ਪਸ਼ੂਆਂ ਦੇ ਬਹੁਤੇ ਬੱਚੇ ਵੀ ਇਕਾਂਤ ਵਿੱਚ ਹੀ ਜਨਮ ਲੈਂਦੇ ਨੇ। ਤਾਂ ਇਕਾਂਤ ਦੀ ਲੋੜ ਤਾਂ ਹੈ, ਪਰ ਸ਼ੁਰੂ ਵਿੱਚ ਸੰਗਤ ਦੀ ਬੜੀ ਲੋੜ ਹੈ। ਦੂਜਿਆਂ ਦੇ ਨਾਲ ਮਿਲ ਕੇ ਤੁਰਨਾ। ਉਹਦਾ ਕੀ ਕਾਰਨ ਹੈ? ਕਿਉਂਕਿ ਜਦੋਂ ਅਸੀਂ ਇਕੱਲੇ ਤੁਰਦੇ ਹਾਂ, ਇਕੱਲੇ ਇਸ ਰਾਹ 'ਤੇ ਜਾ ਰਹੇ ਹਾਂ, ਤਾਂ ਉਸ ਵੇਲੇ ਕੀ ਹੁੰਦਾ, ਸਾਨੂੰ ਕਈ ਵਾਰੀ ਲੱਗਣ ਲੱਗ ਪੈਂਦਾ ਵੀ ਮੇਰੇ ਵਰਗਾ ਕੋਈ ਵੀ ਨਹੀਂ ਹੈ। ਜਿੱਥੇ ਮੈਂ ਪਹੁੰਚ ਗਿਆ, ਜੋ ਮੈਂ ਕਰਨਾ, ਇੱਕ ਅੰਦਰ ਐਟੋਮੈਟਿਕ ਹੀ ਕਰਮ ਪੈਦਾ ਹੁੰਦਾ ਹੈ, ਬੰਧਨ ਪੈਦਾ ਹੁੰਦਾ ਹੈ। ਅਤੇ ਜਿਹੜੀ ਚੀਜ਼ ਨੇ ਸਾਨੂੰ ਅੱਗੇ ਤੋਰਨਾ ਸੀ ਉਹੀ ਬੰਧਨ ਬਣ ਗਈ। ਜਿਵੇਂ ਆਪਾਂ ਕਿਸੇ ਕੰਡਿਆਲੇ ਰਾਹ ਤੋਂ, ਪੱਥਰਾਂ ਤੋਂ ਗੁਜ਼ਰਨਾ ਹੋਵੇ ਤਾਂ ਜੁੱਤੀ ਸਾਡੇ ਵਾਸਤੇ ਸੁਖਦਾਈ ਹੈ। ਅਸੀਂ ਪੈਰਾਂ ਵਿੱਚ ਜੁੱਤੀ ਪਾਉਂਦੇ ਹਾਂ, ਸਾਨੂੰ ਰੋੜਿਆਂ ਤੋਂ ਬਚਾਉਂਦੀ, ਕੰਡਿਆਂ ਤੋਂ ਬਚਾਉਂਦੀ, ਸਫ਼ਰ ਕਰਾ ਦਿੰਦੀ। ਇਸੇ ਤਰ੍ਹਾਂ ਇਹ ਧਰਮ ਦਾ ਮਾਰਗ ਹੈ, ਇਹਦੇ ਵਿੱਚ ਸਹਾਰੇ ਨੇ ਭਜਨ ਬੰਦਗੀ ਦੇ। ਪਰ ਕਈ ਵਾਰੀ ਜਿਹੜੀ ਜੁੱਤੀ ਨੇ ਸਾਨੂੰ ਕੰਡਿਆਂ ਤੋਂ ਬਚਾਉਣਾ ਹੈ, ਜੇ ਉਸ ਜੁੱਤੀ ਦਾ ਕਿੱਲ ਵਿੱਚੋਂ ਉਖੜ ਜਾਏ ਤੇ ਉਹ ਕਿੱਲ ਹੀ ਸਾਨੂੰ ਚੁੱਭਣ ਲੱਗ ਪੈਂਦਾ। ਜਿਹਨੇ ਸਾਨੂੰ ਕੰਡਿਆਂ ਤੋਂ ਬਚਾਉਣਾ ਸੀ ਉਹ ਹੀ ਕੰਡਾ ਬਣ ਗਈ, ਉਹ ਹੀ ਰੁਕਾਵਟ ਬਣ ਗਈ ਜਿਹਨੇ ਸਾਨੂੰ ਅੱਗੇ ਲੈ ਕੇ ਜਾਣਾ ਸੀ। ਤਾਂ ਉਸ ਵੇਲੇ ਫਿਰ ਇਹ ਉਦਾਹਰਨ ਤਾਂ ਦਿੱਤੀ ਹੈ ਕਿ ਕਈ ਵਾਰੀ ਧਰਮ ਨੇ ਸਾਨੂੰ ਮੁਕਤ ਕਰਨਾ ਸੀ, ਸਾਨੂੰ ਸੁਖੀ ਕਰਨਾ ਸੀ, ਵਿਕਾਰਾਂ ਤੋਂ ਛਡਾਉਣਾ ਸੀ, ਪਰ ਉਹ ਧਰਮ ਹੀ ਕਈ ਵਾਰੀ ਸਾਡੀ ਨਾ ਸਮਝੀ ਕਰਕੇ ਬੰਧਨ ਬਣ ਸਕਦਾ ਹੈ। ਧਰਮ ਵੈਸੇ ਬੰਧਨ ਨਹੀਂ ਹੈ, ਉਹ ਬੰਧਨ ਖੋਲ੍ਹਦਾ। ਪਰ ਬੰਧਨ ਕਿਉਂ ਬਣਦਾ? ਜਦੋਂ ਅਸੀਂ ਅਵੇਅਰਨੈਸ, ਹੋਸ਼ ਵਿੱਚ ਨਹੀਂ ਹੁੰਦੇ, ਤਾਂ ਉਸ ਹਾਲਾਤ ਦੇ ਅੰਦਰ ਸਾਨੂੰ ਦੂਜਿਆਂ ਵੱਲ ਵੇਖਣਾ ਪਏਗਾ ਵੀ ਹੋਰ ਵੀ ਕੋਈ ਕਰ ਰਿਹਾ, ਤੂੰ ਇਕੱਲਾ ਨਹੀਂ ਹੈ। ਜਦੋਂ ਅਸੀਂ ਸੋਚਦੇ ਹਾਂ ਸਿਰਫ ਮੈਂ ਕਰ ਰਿਹਾ, ਤਾਂ ਉਦੋਂ ਇਹ ਨੁਕਸ ਪੈਦਾ ਹੋਵੇਗਾ। ਇਸੇ ਅਹੰਕਾਰ ਨੂੰ ਤੋੜਨ ਵਾਸਤੇ ਹੀ ਗੁਰੂ ਸਾਹਿਬ ਨੇ ਰਹਿ ਰਾਸ ਦੇ ਵਿੱਚ ਵੀ ਸਿੱਖ ਨੂੰ ਇੱਕ ਇਸ਼ਾਰਾ ਕੀਤਾ ਹੈ, ਜਿਹਦੇ ਵਿੱਚ ਮਹਾਰਾਜ ਨੇ ਬੜੇ ਲੋਕਾਂ ਦਾ ਜ਼ਿਕਰ ਕੀਤਾ, ਬੜੇ ਲੋਕਾਂ ਦਾ ਵਰਣਨ ਕੀਤਾ। ਅੱਗੇ ਜਾ ਕੇ ਆਏਗਾ, ਜਿਹਦੇ ਵਿੱਚ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਧਿਆਵੈ, ਇਹਦਾ ਮਤਲਬ ਹੰਕਾਰ ਤੋੜਨ ਲਈ ਵੀ ਤੂੰ ਇਕੱਲਾ ਨਹੀਂ ਤੁਰਿਆ, ਹੰਕਾਰ ਨਾ ਕਰੀ। ਕਿਉਂਕਿ ਆਦਮੀ ਦਾ ਹਾਜ਼ਮਾ ਬੜਾ ਛੋਟਾ ਹੁੰਦਾ ਹੈ। ਉਹ ਥੋੜ੍ਹੀ ਜਿਹੀ ਕਿਸੇ ਚੰਗਿਆਈ ਨੂੰ ਪਕੜ ਕੇ ਆਪਣੇ ਆਪ ਨੂੰ ਕਿਸੇ ਉਚਿਆਣ 'ਤੇ ਸਮਝਣ ਲੱਗ ਪੈਂਦਾ ਵੀ ਮੇਰਾ ਜੀਵਨ ਤਾਂ ਬਹੁਤ ਉਚਿਆਣ ਵਿੱਚ ਚਲਾ ਗਿਆ। ਅਤੇ ਉਸ ਹਾਲਾਤ ਦੇ ਅੰਦਰ ਫਿਰ ਨੀਵੇਂ ਲੋਕਾਂ ਦੇ ਨਾਲ ਜਿਹੜਾ ਹੈ ਨਫ਼ਰਤ ਵੀ ਪੈਦਾ ਹੁੰਦੀ। ਉਹ ਆਪਾਂ ਅੱਗੇ ਜਾ ਕੇ ਅਗਲੀ ਪੌੜੀ ਵਿੱਚ ਵਿਚਾਰਾਂਗੇ। ਪਰ ਆਪਾਂ ਬੰਦਗੀ ਇਕਾਂਤ ਵਿੱਚ ਕਰਨੀ ਹੈ ਜਾਂ ਦੂਜਿਆਂ ਦੇ ਵਿੱਚ, ਇਹਦੀ ਇਸ ਪੌੜੀ ਦੇ ਵਿੱਚ ਜਵਾਬ ਦਿੱਤਾ ਗਿਆ। ਮਹਾਰਾਜ ਕਹਿੰਦੇ ਅਸੰਖ ਜਪ ਅਸੰਖ ਭਾਉ। ਅਸੰਖ ਦਾ ਮਤਲਬ ਹੁੰਦਾ ਹੈ ਜਿਹਦੀ ਗਿਣਤੀ ਨਾ ਹੋ ਸਕੇ, ਜਿਹਨੂੰ ਗਿਣਿਆ ਨਾ ਜਾ ਸਕੇ। ਸੰਖਿਆ ਦਾ ਮਤਲਬ ਗਿਣਤੀ, ਤੇ ਐੜਾ ਲੱਗ ਗਿਆ ਤੇ ਇਹਦਾ ਮਤਲਬ ਹੈ ਜੋ ਗਿਣਿਆ ਨਾ ਜਾ ਸਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਕੇ ਪਿਆਰਿਆ ਅਸੰਖ ਜਪ। ਜੇ ਤੂੰ ਨਾਮ ਜਪ ਰਿਹਾ ਨਾ, ਤੇ ਇਹ ਮੰਨ ਕੇ ਜਪ ਵੀ ਹੋਰ ਵੀ ਅਸੰਖਾ ਹੀ ਜਪ ਰਹੇ ਨੇ, ਤੂੰ ਇਕੱਲਾ ਨਹੀਂ ਜਪ ਰਿਹਾ। ਜਦੋਂ ਸਾਨੂੰ ਇਹ ਪਤਾ ਲੱਗੇ ਵੀ ਹੋਰ ਬਹੁਤ ਸਾਰੇ ਜਪ ਰਹੇ ਨੇ, ਤਾਂ ਸੁਭਾਵਕ ਹੀ ਸਾਡਾ ਅਹੰਕਾਰ ਘਟੇਗਾ।
ਤੇ ਜਦੋਂ ਕਈ ਵਾਰੀ ਇਹ ਹੋ ਜਾਂਦਾ ਹੈ ਵੀ ਜੋ ਕੁਝ ਤੂੰ ਹੈ ਇਸੇ ਧਰਤੀ ਦੇ ਉੱਤੇ, ਸਿੱਖੀ ਦੇ ਵਿੱਚ, ਪੰਥ ਵਿੱਚ, ਤੇਰੇ ਨਾਲ ਦਾ ਹੋਰ ਕੋਈ ਨਹੀਂ ਹੈ, ਹੰਕਾਰ ਨੇ ਆਪੇ ਪੈਦਾ ਹੋ ਜਾਣਾ। ਤਾਂ ਜੇ ਪੌੜੀ ਨਾਲ ਰਹੇਗੀ, ਇਹ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਨਾਲ ਰਹੇਗਾ ਵੀ ਅਸੰਖ ਜਪ, ਹੋਰ ਵੀ ਬੜੇ ਜਪੀ ਨੇ, ਤੂੰ ਇਕੱਲਾ ਨਹੀਂ, ਤੇ ਤੇਰੇ ਤੋਂ ਵੱਧ ਜਪੀ ਨੇ। ਜੇ ਮੰਨ ਕੇ ਤੁਰਾਂਗੇ ਕਿ ਮੈਂ ਤਾਂ ਜੇ ਬਿਲਕੁਲ ਪਿਛਲੀ ਲਾਈਨ ਵਿੱਚ ਖੜਾ ਹੋਇਆ, ਤਾਂ ਹੰਕਾਰ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਗੁਰਬਾਣੀ ਦਾ ਜਿਹੜਾ ਸਭ ਤੋਂ ਜ਼ਿਆਦਾ ਜ਼ੋਰ ਲੱਗਾ ਹੋਇਆ ਹੈ ਉਹ ਮਨੁੱਖ ਦੇ ਹੰਕਾਰ ਨੂੰ ਤੋੜਨ ਵਾਸਤੇ। ਜਿੰਨੀਆਂ ਵੀ ਜੁਗਤਾਂ ਨੇ, ਜਿੰਨੇ ਵੀ ਤਰੀਕੇ ਨੇ, ਕਿਉਂਕਿ ਹਰ ਇੱਕ ਚੀਜ਼ ਸਾਨੂੰ ਹੰਕਾਰੀ ਕਰਦੀ ਹੈ, ਚੰਗੀ ਚੀਜ਼ ਵੀ ਮਾੜੀ ਵੀ। ਜਦੋਂ ਪਾਪ ਕਰਦੇ ਸੀ ਉਦੋਂ ਪਾਪ ਤੇ ਡਿੱਗੀ ਪਏ ਸੀ, ਹੁਣ ਪੁੰਨ ਕਰਨਿਆ ਤੇ ਪੁੰਨ ਨੇ ਬੰਧਨ ਪਾਉਣੇ ਸ਼ੁਰੂ ਕਰ ਦਿੱਤੇ। ਤਾਂ ਉਹਦੇ ਤੋਂ ਬਚਾਉਣ ਵਾਸਤੇ ਕਹਿੰਦੇ ਵੀ ਤੈਨੂੰ ਸੰਗਤ ਵਿੱਚ ਰਹਿਣਾ ਜ਼ਰੂਰੀ ਹੈ, ਹੋਰ ਕਿਸੇ ਨੂੰ ਵੇਖਣਾ ਵੀ ਜ਼ਰੂਰੀ ਹੈ। ਬਈ ਅਸੰਖ ਬੜੇ ਨੇ ਜਪਣ ਵਾਲੇ, ਤੂੰ ਇਕੱਲਾ ਨਹੀਂ। ਅਸੰਖ ਭਾਉ ਬੜੇ ਨੇ ਪ੍ਰੇਮੀ, ਤੂੰ ਇਕੱਲਾ ਪ੍ਰੇਮੀ ਨਹੀਂ ਹੈ। ਭਾਉ ਦਾ ਅਰਥ ਹੈ ਪ੍ਰੇਮ ਕਰਨ ਵਾਲਾ। ਅਣਗਿਣਤ ਨੇ ਜਿਹੜੇ ਪ੍ਰੇਮ ਕਰ ਰਹੇ ਨੇ। ਅਸੰਖ ਪੂਜਾ, ਇਹ ਨਾ ਸਮਝੀ ਕਿ ਇਕੱਲਾ ਤੂੰ ਹੀ ਪੂਜਾ ਕਰਨਾ ਹੈ, ਇਕੱਲਾ ਤੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜਾਵਟ ਕਰਨਾ ਹੈ, ਹੋਰ ਵੀ ਬੜੇ ਨੇ ਪੂਜਾ ਕਰਨ ਵਾਲੇ, ਅਸੰਖ ਨੇ, ਅਣਗਿਣਤ ਨੇ। ਹੁਣ ਇਹ ਸਾਰੀਆਂ ਚੀਜ਼ਾਂ ਦਾ ਨਾਲੋਂ ਨਾਲ ਅਹੰਕਾਰ ਲੈਂਦਾ ਗਿਆ ਵੀ ਹੋਰ ਵੀ ਕਰ ਰਹੇ ਨੇ। ਤਾਂ ਮਹਾਰਾਜ ਕਹਿੰਦੇ ਅਸੰਖ ਤਪ ਤਾਓ। ਹੁਣ ਕਈ ਵਾਰੀ ਤਪ ਜਿਹੜਾ, ਵੈਸੇ ਸਿੱਖੀ ਦੇ ਵਿੱਚ ਉਹ ਤਪ ਦੀ ਗੱਲ ਨਹੀਂ ਜਿਹੜਾ ਪੁਰਾਣਾ ਧੂਣੀ ਲਾਉਣੀ ਜਾਂ ਹੋਰ ਸੀ। ਸਿੱਖੀ ਦਾ ਤਪ ਹੈ ਕਿ ਗੁਰੂ ਦੇ ਹੁਕਮ ਨੂੰ ਸਖਤੀ ਨਾਲ ਮੰਨਣਾ, ਸਰੀਰ ਮੰਨੇ ਭਾਵੇਂ ਨਾ ਮੰਨੇ। ਸਰੀਰ ਚਾਹੁੰਦਾ ਨਹੀਂ ਚਾਹੁੰਦਾ, ਅੰਮ੍ਰਿਤ ਵੇਲੇ ਨਹੀਂ ਜਾਗਿਆ ਜਾਂਦਾ, ਗੁਰੂ ਦਾ ਹੁਕਮ ਹੈ, ਤਾਂ ਉਹ ਧੱਕਾ ਕਰਕੇ ਉੱਠ ਕੇ ਨਿਤਨੇਮ ਕਰਨਾ ਇਤਿਆਦਿਕ, ਇਹਨੂੰ ਤਪ ਕਹਿੰਦੇ ਨੇ ਸਿੱਖੀ ਦਾ। ਜਾਂ ਸੇਵਾ ਕਰਨੀ, ਇਹ ਵੀ ਤਪ ਹੈ। ਠੰਡ ਗਰਮੀ ਦੀ ਪਰਵਾਹ ਨਾ ਕਰਨੀ, ਸਰੀਰ ਦੇ ਸੁੱਖਾਂ ਦੀ ਸਹੂਲਤਾਂ ਦੀ ਪਰਵਾਹ ਨਾ ਕਰਨੀ, ਤੇ ਗੁਰੂ ਦਾ ਹੁਕਮ ਮੰਨੀ ਜਾਣਾ। ਕਈ ਵਾਰੀ ਇਸ ਤਰ੍ਹਾਂ ਕਰਨ ਦੇ ਨਾਲ ਵੀ ਆਪਾਂ ਸੋਚਣ ਲੱਗ ਪੈਂਦੇ ਹਾਂ ਵੀ ਆਹ ਦੂਜੇ ਜਿਹੜੇ ਸਿੱਖ ਨੇ ਨਾ, ਇਹ ਤੇ ਆਮ ਹੀ ਨੇ। ਕਈ ਵਾਰੀ ਮੈਂ ਕਈਆਂ ਗੁਰਸਿੱਖਾਂ ਤੋਂ ਸੁਣਿਆ, ਉਹ ਥੋੜ੍ਹਾ ਜਿਹਾ ਕਿਸੇ ਜਥੇਬੰਦੀ ਵਿੱਚ ਚਲੇ ਜਾਂਦੇ ਨੇ, ਤੇ ਜਥੇਬੰਦੀਆਂ ਤੇ ਕੋਈ ਸਿੱਖਣ ਵਾਸਤੇ ਬਣਾਈਆਂ ਸਨ, ਤਾਂ ਉੱਥੇ ਜੇ ਥੋੜ੍ਹੇ ਜਿਹੇ ਕੰਮ ਸਿਖਾ ਦਿੱਤੇ ਜਾਂਦੇ ਨੇ। ਤੇ ਮੈਂ ਕਈ ਵਾਰੀ ਸੁਣਿਆ, ਇੱਕ ਸਿੰਘ ਮਿਲੇ, ਕਹਿੰਦੇ ਆਹ ਜਿਹੜੇ ਆ ਸਿੱਖ ਤੁਰੇ ਫਿਰਦੇ ਤੇ ਸਿਵਲੀਅਨ ਨੇ, ਆਮ ਨੇ, ਫੌਜ ਤੇ ਆਪਾਂ ਹੀ ਆ। ਹੁਣ ਇਹਦੇ ਵਿੱਚ ਵੇਖੋ, ਚਲੋ ਠੀਕ ਹੈ ਫੌਜ ਤੁਸੀਂ ਹੋ, ਪਰ ਇਹ ਇੱਕ ਹੰਕਾਰ ਨੂੰ ਜਨਮ ਦੇ ਗਿਆ ਵੀ ਆਹ ਤੇ ਸਿਵਲੀਅਨ ਯਾਨੀ ਕਿ ਆਮ ਸ਼ਹਿਰੀ ਨੇ, ਆਮ ਬੰਦੇ ਸਿੱਖ ਨੇ, ਸਿੱਖ ਤੇ ਮੈਂ ਵੱਡਾ। ਮੈਂ ਕਿਹਾ ਵੀ ਜੇ ਇਨਕੁਆਰੀ ਹੋ ਗਈ ਨਾ ਤੇ ਤੂੰ ਫੌਜ ਵਾਲਾ ਸਿੱਖ ਨਹੀਂ ਨਿਕਲਣਾ। ਕਿਉਂ? ਜਿਹੜਾ ਕੰਮ ਤੁਸੀਂ ਕਰਨਾ ਸੀ ਉਹਨਾਂ ਆਮ ਬੰਦਿਆਂ ਨੇ ਕੀਤਾ, ਤੁਹਾਡੇ ਤੋਂ ਨਹੀਂ ਹੋਇਆ ਉਹ। ਠੀਕ ਹੈ, ਕੌਮ ਤੁਹਾਡਾ ਸਤਿਕਾਰ ਕਰਦੀ, ਕੌਮ ਤੁਹਾਡੇ ਵੇਸ ਨੂੰ, ਤੁਹਾਡੇ ਵਸਤਰਾਂ ਨੂੰ ਵੇਖ ਕੇ ਝੁਕਦੀ ਏ, ਪਰ ਇਹਦੇ ਅਰਥ ਇਹ ਨਾ ਕੱਢਿਓ ਵੀ ਅਸੀਂ ਸਭ ਤੋਂ ਵੱਡੇ ਹੋ ਗਏ। ਇਹ ਹੰਕਾਰ ਦੀਆਂ ਚੀਜ਼ਾਂ ਨੂੰ ਤੋੜਨ ਵਾਸਤੇ ਮਹਾਰਾਜ ਕਹਿ ਰਹੇ ਨੇ ਕਿ ਅਸੰਖ ਤਪ ਤਾਓ, ਹੋਰ ਵੀ ਬੜੇ ਤਪੀ ਨੇ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਕਈ ਵਾਰੀ ਇਹ ਵੀ ਭੁਲੇਖਾ ਪੈ ਜਾਂਦਾ ਹੈ ਵੀ ਅਸੀਂ ਜਿਹੜੇ ਗ੍ਰੰਥ ਪੜ੍ਹੇ ਨੇ ਉਹ ਗ੍ਰੰਥ ਪੜ੍ਹਨ ਤੋਂ ਬਿਨਾਂ ਕੋਈ ਵਿਦਵਾਨ ਨਹੀਂ ਬਣ ਸਕਦਾ, ਪਰ ਇਹ ਵੀ ਭੁਲੇਖਾ ਹੈ। ਇਹ ਭੁਲੇਖਾ ਕਾਂਸ਼ੀ ਦੇ ਬ੍ਰਾਹਮਣਾਂ ਨੂੰ ਵੀ ਪਿਆ ਸੀ, ਇਹ ਭੁਲੇਖਾ ਹੁਣ ਸਾਨੂੰ ਵੀ ਪੈ ਗਿਆ। ਇਹ ਗੱਲ ਵੱਖਰੀ ਵੀ ਪੜ੍ਹਨਾ ਮਾੜਾ ਨਹੀਂ, ਪਰ ਇਹ ਕਹਿਣਾ ਬਈ ਆਹ ਗ੍ਰੰਥ ਜਿਹੜਾ ਮੈਂ ਪੜ੍ਹਿਆ, ਜਿਹਨੇ ਇਹ ਨਹੀਂ ਪੜ੍ਹਿਆ ਉਹਨੂੰ ਮੈਂ ਕਥਾਵਾਚਕ ਮੰਨਦਾ ਹੀ ਨਹੀਂ, ਇਹ ਵੀ ਇੱਕ ਨਾ ਸਮਝੀ ਅਹੰਕਾਰ ਹੈ, ਉਹਨੂੰ ਮਹਾਰਾਜ ਤੋੜ ਰਹੇ ਨੇ। ਮੁੱਖ ਵੇਦ ਪਾਠ ਤੇ ਆਪਣੇ ਆਪ ਨੂੰ ਬੜਾ ਸ਼ੁੱਧ ਪਾਠੀ ਮੰਨਣਾ, ਇਹ ਵੀ ਹੰਕਾਰ ਪੈਦਾ ਕਰ ਸਕਦਾ ਹੈ। ਅਸੰਖ ਜੋਗ ਮਨ ਰਹਿ ਉਦਾਸ। ਬੜੇ ਹੀ ਇਸ ਤਰ੍ਹਾਂ ਦੇ ਜੁੜੇ ਹੋਏ ਨੇ ਜਿਹੜੇ ਉਦਾਸੀ ਅਵਸਥਾ ਵਿੱਚ, ਵਿਰਾਗ ਦੇ ਵਿੱਚ ਟਿਕੇ ਰਹਿੰਦੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ। ਬੜੇ ਹੀ ਉਹਦੇ ਭਗਤ ਨੇ ਜਿਹੜੇ ਉਹਦੇ ਗੁਣਾਂ ਦੀ ਵਿਚਾਰ ਕਰਦੇ ਨੇ, ਉਹਦੇ ਗਿਆਨ ਨਾਲ ਸੰਬੰਧਿਤ ਰਹਿੰਦੇ ਹਨ। ਅਸੰਖ ਸਤੀ, ਸੰਖ ਦਾ ਤਾਰ। ਬੜੇ ਸਤੀ ਨੇ, ਉੱਚੇ ਕਰੈਕਟਰ ਵਾਲੇ ਨੇ। ਹੁਣ ਇਹ ਚੀਜ਼ਾਂ ਨਾਲੋਂ ਨਾਲ ਸਾਡੇ ਅੰਦਰ ਨੂੰ ਝੁਕਾਉਂਦੀਆਂ ਨੇ ਵੀ ਹੋਰ ਵੀ ਹਨ। ਸਾਰੀ ਬਾਣੀ ਕਿਸੇ ਸਵਾਲ ਦੇ ਜਵਾਬ ਵਿੱਚ ਆਪਾਂ ਇਹ ਵਿਸ਼ੇ ਲਏ ਹੀ ਤਾਂ ਨੇ ਤਾਂ ਕਿ ਉਹਨਾਂ ਸਵਾਲਾਂ ਦਾ ਪਤਾ ਲੱਗੇ ਜਿਹਦੇ ਜਵਾਬ ਵਿੱਚ ਬਾਣੀ ਉਚਾਰੀ ਹੋਈ। ਤਾਂ ਉੱਥੇ ਮਹਾਰਾਜ ਕਹਿ ਰਹੇ ਨੇ ਕਿ ਅਸੰਖ ਸਤੀ ਅਸੰਖ ਦਾਤਾਰ। ਦਾਨੀ ਵੀ ਬਹੁਤ ਵੱਡੇ ਨੇ। ਕਈ ਵਾਰੀ ਇਹ ਵੀ ਹੰਕਾਰ ਹੋ ਜਾਂਦਾ ਹੈ ਕਿ ਬੰਦੇ ਕਿਸੇ ਗੁਰਦੁਆਰੇ ਦੇ ਵਿੱਚ ਉਗਰਾਹੀ ਦੇ ਕੇ ਉਹਦੇ ਮਾਲਕ ਬਣ ਪੈਂਦੇ ਨੇ। ਮਹਾਰਾਜ ਕਹਿੰਦੇ ਨਹੀਂ, ਤੇਰੇ ਤੋਂ ਵੱਡੇ ਵੱਡੇ ਦਾਨੀ ਦਾਤਾਰ ਹਨ।
ਅਸੰਖ ਸੂਰ ਮੂੰਹ ਪਕਸਾਰ। ਤੇ ਕਈ ਵਾਰੀ ਇਹ ਵੀ ਹੰਕਾਰ ਆ ਜਾਂਦਾ ਹੈ ਕਿ ਸਾਡੇ ਵਰਗਾ ਸੂਰਮਾ ਕੋਈ ਨਹੀਂ, ਜੋ ਕੁਝ ਅਸੀਂ ਕਰ ਸਕਨੇ ਹਾਂ ਹੋਰ ਕੋਈ ਨਹੀਂ, ਪਰ ਬੜੇ ਬੜੇ ਸੂਰਮੇ ਪਏ ਨੇ। ਇਹ ਹੰਕਾਰ ਹਟਾਉਣ ਵਾਸਤੇ ਨੇ। ਅਸੰਖ ਮੂਣ ਲਿਵ ਲਾਏ ਤਾਰ, ਮਤ ਸੋਚੀ ਕਿ ਤੂੰ ਹੀ ਲਗਾਤਾਰ ਚੁੱਪ ਰਹਿ ਸਕਣਾ ਹੈ। ਹੋਰ ਵੀ ਬੜੇ ਬੜੇ ਲਗਾਤਾਰ ਚੁੱਪ ਰਹਿ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਿਵ ਲਾ ਸਕਦੇ ਨੇ। ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਿਹਾ ਕਰ ਕਿ ਹੇ ਵਾਹਿਗੁਰੂ ਪਰਮੇਸ਼ਰ, ਮੇਰੀ ਕੀ ਪਾਇਆ, ਮੇਰੀ ਕੀ ਕੁਦਰਤ, ਮੇਰੀ ਕੀ ਸ਼ਕਤੀ ਹੈ ਕਿ ਮੈਂ ਤੇਰੇ ਇਸ ਸ੍ਰਿਸ਼ਟੀ ਦੀ ਭਗਤਾਂ ਦੀ ਵਿਚਾਰ ਕਰ ਸਕਾਂ ਵੀ ਤੂੰ ਕਿੰਨੇ ਕੁ ਪੈਦਾ ਕਰ ਦਿੱਤੇ ਨੇ। ਕੁਦਰਤ ਕਵਣ ਕਹਾ ਵਿਚਾਰ, ਮੇਰੀ ਕਿੰਨੀ ਕੁ ਕੁਦਰਤ ਯਾਨੀ ਕਿ ਸ਼ਕਤੀ ਹੈ, ਜਾਂ ਤੇਰੀ ਕੁਦਰਤ ਦਾ ਕੌਣ ਵਿਚਾਰ ਕਰ ਸਕਦਾ ਹੈ। ਤੂੰ ਇੰਨਾ ਪਸਾਰਾ ਬਣਾਇਆ ਹੋਇਆ। ਹਾਂ, ਇੱਕ ਟੇਕ ਤੇ ਜਿਆ ਕਰ, ਉਹ ਕਿਹੜੀ ਹੈ, ਵਾਰਿਆ ਨਾ ਜਾਵਾਂ ਏਕ ਵਾਰ। ਇਹ ਕਿਹਾ ਕਰ ਪਰਮੇਸ਼ਰ ਦੇ ਅੱਗੇ ਕਿ ਮੇਰਾ ਤਾਂ ਜੀ ਕਰਦਾ ਹੈ ਮੈਂ ਇੱਕ ਵਾਰੀ ਤੇਰੀ ਇਸ ਬਣਾਈ ਹੋਈ ਕਾਇਨਾਤ ਸ੍ਰਿਸ਼ਟੀ ਤੋਂ ਆਪਣੇ ਆਪ ਨੂੰ ਵਾਰ ਦਿਆਂ, ਆਪਣੇ ਆਪ ਨੂੰ ਸਦਕੇ ਕਰ ਦਿਆਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਵੇਂ ਤੈਨੂੰ ਲੱਗਦਾ ਉਵੇਂ ਸ੍ਰਿਸ਼ਟੀ ਚੱਲ ਰਹੀ ਏ। ਇਹ ਜਿਹੜੀ ਪੌੜੀਆਂ ਨੇ ਤਿੰਨੇ ਬੜੀਆਂ ਮਹੱਤਵਪੂਰਨ ਨੇ ਜਪਜੀ ਸਾਹਿਬ ਦੇ। ਇਹ ਸਾਡੇ ਅਹੰਕਾਰ ਨੂੰ ਮੇਟਦੀਆਂ ਨੇ। ਇਸ ਕਰਕੇ ਸਾਨੂੰ ਭਗਤੀ ਇਕਾਂਤ ਵਿੱਚ, ਜੇ ਕਿਸੇ ਦਾ ਸੁਭਾਅ ਹੈ ਤੇ ਉਹਦੇ ਵਰਗਾ ਕੋਈ ਕੰਮ ਨਹੀਂ। ਆਪਣੇ ਬੈੱਡ ਦਾ ਜਿਹੜਾ ਨਿਤਨੇਮ ਬਹੁਤ ਪ੍ਰਭਾਵੀ ਮਨੁੱਖ ਨੂੰ ਅਸਰ ਕਰਦਾ, ਪਰ ਸੰਗਤ ਜ਼ਰੂਰ ਕਦੀ ਕਦਾਈ ਕਰਨੀ ਚਾਹੀਦੀ ਹੈ। ਔਰ ਉਹਨਾਂ ਗੁਰਮੁਖਾਂ ਦੇ ਜੀਵਨ ਪੜ੍ਹਨੇ ਚਾਹੀਦੇ ਨੇ, ਔਰ ਉਹਨਾਂ ਗੁਰਮੁਖਾਂ ਨੂੰ ਮਿਲਣਾ ਚਾਹੀਦਾ ਜਿਹੜੇ ਇਸ ਰਾਹ 'ਤੇ ਤੁਰੇ ਨੇ, ਤਾਂ ਕਿ ਆਪਣੇ ਉੱਤੇ ਜਿਹੜੀ ਮਾਣ ਦੀ ਮਿੱਟੀ ਪੈ ਸਕਦੀ ਏ, ਹੰਕਾਰ ਦਾ ਪ੍ਰਭਾਵ ਪੈ ਸਕਦਾ ਹੈ, ਉਹਦੇ ਤੋਂ ਆਪਾਂ ਬਚ ਜਾਈਏ, ਸਾਡਾ ਜੀਵਨ ਉੱਚਾ ਹੋ ਜਾਏ। ਔਰ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸ਼ੁੱਧ ਕਰ ਸਕਨੇ ਹਾਂ। ਇਸ ਪੌੜੀ ਦੇ ਵਿੱਚ ਉਹ ਪਰਦੇ ਖੋਲ੍ਹੇ ਗਏ ਨੇ ਸਾਡੇ ਮਨ ਦੇ, ਜਿਨ੍ਹਾਂ ਦੇ ਉਹਲੇ ਬੈਠ ਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਪੈਂਦੇ ਹਾਂ, ਬਹੁਤ ਉੱਚਾ ਸਮਝਣ ਲੱਗ ਪੈਂਦੇ ਹਾਂ। ਗੁਰੂ ਸਾਹਿਬ ਨੇ ਇਸ ਪੌੜੀ ਦੁਆਰਾ ਸਾਡੇ ਮਨ ਵਿੱਚ ਪਏ ਹੋਏ ਮਾਣ ਦੀ ਮੈਲ ਨੂੰ ਉਤਾਰਿਆ। ਇਸ ਪੌੜੀ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਕੀ ਸਿੱਖੀ ਗੁਰੂ ਮਤ ਨੂੰ ਕਮਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।